ਕਾ ਖਾਲਸਾ, ਸ਼੍ਰੀ ਵਾਹਿਗੁਰੂ ਜੀ ਕੀ ਫਤਿਹ। ਮਸਤੂਆਣੇ ਪਹਿਲੇ ਦੀਵਾਨ ਦੇ ਸਮੇਂ ਹਾੜ 1909 ਈਸਵੀ ਵਿੱਚ ਹਰਿਮੰਦਰ ਸਾਹਿਬ ਦੀ ਇਮਾਰਤ ਤਿਆਰ ਹੋ ਚੁੱਕੀ ਸੀ, ਪਰ ਸਰੋਵਰ ਦੀ ਕਾਰ ਬਾਕੀ ਸੀ। ਮੈਨ ਦੁਆਬੇ ਤੋਂ ਸੰਤ ਜੀ ਮਹਾਰਾਜ ਇਸ ਸੇਵਾ ਨੂੰ ਪੂਰੀ ਕਰਨ ਵਾਸਤੇ ਮਸਤੂਆਣੇ ਪੁੱਜੇ। ਸਰੋਵਰ ਦੀ ਕਾਰ ਬੜੇ ਪ੍ਰੇਮ ਨਾਲ ਅਸਥਾਨ ਦੇ ਜੰਗੀ ਜਥੇ ਨੇ, ਜਿਸ ਦੇ ਜਥੇਦਾਰ ਭਾਈ ਉੱਤਮ ਸਿੰਘ ਜੀ ਸਨ, ਆਰੰਭ ਕਰ ਦਿੱਤੀ। ਆਸਾ ਜੀ ਦੀ ਵਾਰ ਦੇ ਭੋਗ ਮਗਰੋਂ ਸੰਤ ਜੀ ਮਹਾਰਾਜ ਮੰਜੀ ਤੇ ਸੱਜ ਜਾਂਦੇ ਅਤੇ ਸਾਧ ਸੰਗਤ ਸੇਵਾ ਵਿੱਚ ਜੁਟ ਜਾਂਦੀ। ਸੰਤ ਜੀ ਸਾਰਾ ਦਿਨ ਇੱਕ ਆਸਣ ਤੇ ਹੀ ਬੈਠੇ ਰਹਿੰਦੇ। ਪ੍ਰਸ਼ਾਦਾ ਵੀ ਉੱਥੇ ਹੀ ਵਰਤ ਜਾਂਦਾ। ਕਈ ਪ੍ਰੇਮੀਆਂ ਦਾ ਉਤਸ਼ਾਹ ਇੰਨਾ ਸੀ ਕਿ ਉਹ ਪ੍ਰਸ਼ਾਦਾ ਹੱਥ ਵਿੱਚ ਫੜ ਕੇ ਖਾਈ ਜਾਂਦੇ ਅਤੇ ਟੋਕਰੀ ਢੋਈ ਜਾਂਦੇ। ਇੱਕ ਦਿਨ ਜਦ ਸਾਧ ਸੰਗਤ ਸ਼ਾਮ ਵੇਲੇ ਇਕੱਤਰ ਹੋਈ ਤਾਂ ਸੰਤ ਜੀ ਨੇ ਆਖਿਆ ਕਿ ਭਾਈ, ਸਾਧ ਸੰਗਤ ਧਨ ਹੈ, ਅਸੀਂ ਨਿਕੰਮੇ ਤਾਂ ਵਿਹਲੇ ਹੀ ਬੈਠੇ ਰਹਿੰਦੇ ਹਾਂ। ਸਾਰਾ ਜਥਾ ਇੱਕ ਜ਼ਬਾਨ ਹੋ ਕੇ ਬੋਲਿਆ, ਜੀ ਸੱਚੇ ਪਾਤਸ਼ਾਹ, ਅਸੀਂ ਤੇ ਪੁਤਲੀਆਂ ਹਾਂ, ਹਜ਼ੂਰ ਦੇ ਤਾਰ ਹਿਲਾਏ ਬਗੈਰ ਅਸੀਂ ਕਿਸ ਕੰਮ ਹਾਂ। ਦੀਦਾਰ ਕਰ ਕਰ ਨਿਹਾਲ ਹੁੰਦੇ ਹਾਂ ਤੇ ਸੇਵਾ ਦਾ ਉਤਸ਼ਾਹ ਦੂਣਾ ਚੌਣਾ ਵਧੀ ਜਾਂਦਾ ਹੈ। ਇੱਕ ਦਿਨ ਭਾਈ ਸ਼ਾਮ ਸਿੰਘ ਜੀ ਮਾਂਦਰੀ, ਜਿਹੜੇ ਕਿ ਬੜਾ ਹੀ ਭਾਰੀ ਟੋਕਰਾ ਚੁੱਕਦੇ ਸਨ, ਸੰਤ ਜੀ ਮਹਾਰਾਜ ਦੇ ਪਾਸ ਮੰਜੇ ਦੇ ਪਿਛਲੇ ਪਾਸੇ ਸੇਵਾ ਦੇ ਭੋਗ ਵੇਲੇ ਖੜੇ ਸਨ। ਸੇਵਕ ਆਪਣੇ ਆਪਣੇ ਟੋਕਰੇ ਛੱਡ ਕੇ ਦੀਵਾਨ ਵੱਲ ਜਾ ਰਹੇ ਸਨ। ਜਿਸ ਰੇਰੂ ਦੇ ਦਰਖਤ ਦੇ ਹੇਠ ਸੰਤ ਜੀ ਬੈਠੇ ਸਨ, ਉਸ ਵੱਲ ਧਿਆਨ ਕਰਕੇ ਆਖਣ ਲੱਗੇ, ਪ੍ਰੇਮੀਆਂ, ਕਦ ਤੱਕ ਆਪਣੀ ਕੰਢਿਆਂ ਵਾਲੀ ਬਾਣ ਰੱਖੀ ਜਾਏਗਾ? ਹੁਣ ਤੂੰ ਇਸ ਸੁਭਾਅ ਨੂੰ ਛੱਡ ਦੇ। ਭਾਈ ਸ਼ਾਮ ਸਿੰਘ ਜੀ ਇਹ ਬਚਨ ਸੁਣ ਕੇ ਅਚਰਜ ਹੋ ਰਹੇ ਸਨ ਕਿ ਮਹਾਰਾਜ ਦਰਖਤ ਨਾਲ ਵੀ ਮਨੁੱਖਾਂ ਵਾਂਗੂ ਗੱਲਾਂ ਕਰ ਰਹੇ ਹਨ, ਪਰ ਚੇਤਨ ਸੱਤਿਆਂ ਨਾਲ ਭਰਪੂਰ ਬ੍ਰਿਸ਼ ਸਭ ਕੁਝ ਸਮਝ ਰਿਹਾ ਸੀ। ਸੰਤ ਜੀ ਮਹਾਰਾਜ ਦਾ ਇਹ ਸੁਨੇਹਾ ਹਿਰਦੇ ਵਿੱਚ ਵਸਾ ਲਿਆ ਤੇ ਹੌਲੀ ਹੌਲੀ ਆਪਣਾ ਕੰਡਿਆਂ ਦਾ ਸੁਭਾਅ ਛੱਡਦਾ ਗਿਆ ਅਤੇ ਇਸ ਵੇਲੇ ਵੀ ਇਹ ਦਰਖਤ ਗੁਰਸਾਗਰ ਸਾਹਿਬ ਮਸਤੂਆਣੇ ਹਰਿਮੰਦਰ ਸਾਹਿਬ ਸਾਹਮਣੇ ਸਰੋਵਰ ਵਾਲੇ ਪਾਸੇ ਵੱਲ ਖੜਾ ਹੈ। ਇਸ ਦੇ ਨਾਲ ਟਾਵਾਂ ਟਾਵਾਂ ਕੋਈ ਛੋਟਾ ਛੋਟਾ ਕੰਡਾ ਹੈ। ਲੰਮੀਆਂ ਅਤੇ ਤਿੱਖੀਆਂ ਸੂਲਾਂ ਸਾਰੀਆਂ ਹੀ ਮਹਾਂਪੁਰਖ ਦੇ ਬਚਨ ਮੰਨ ਕੇ ਗੁਪਤ ਕਰ ਗਿਆ। ਸਰੋਵਰ ਦੀ ਕਾਰ ਦੀ ਸੋ ਸਾਰੇ ਨਗਰਾਂ ਅਤੇ ਰਿਆਸਤਾਂ ਵਿੱਚ ਪੁੱਜ ਗਈ। ਪਿੰਡਾਂ ਦੇ ਪਿੰਡ ਆਪਣੀਆਂ ਕਈਆਂ ਅਤੇ ਟੋਕਰੀਆਂ ਲਈ ਵਹੀਰਾਂ ਪਾਉਂਦੇ, ਜਲ ਪਾਣੀ ਅਤੇ ਲੰਗਰ ਦਾ ਸਮਾਨ ਨਾਲ ਗੱਡਿਆਂ ਤੇ ਲੱਦੀ ਢੋਲ ਵਜਾਉਂਦੇ ਗੁਰਸਾਗਰ ਸਾਹਿਬ ਮਸਤੂਆਣੇ ਪੁੱਜਦੇ। ਕਾਰ ਸਰੋਵਰ ਇੱਕ ਅਦੁੱਤੀ ਧਰਮ ਯੁੱਧ ਦਾ ਨਜ਼ਾਰਾ ਬਣ ਜਾਂਦਾ। ਸੈਂਕੜੇ ਕਈਆਂ ਬਿਜਲੀ ਵੱਤ ਲਿਸ਼ਕਦੀਆਂ ਜਵਾਨਾਂ ਦੇ ਸਿਰਾਂ ਉੱਤੇ ਚੁੱਕੀਆਂ ਹੋਈਆਂ ਹੇਠਾਂ ਧਰਮ ਦੀ ਕਾਰ ਵੱਲ ਆਉਂਦੀਆਂ ਤੇ ਮਿੱਟੀ ਦੇ ਢੇਰਾਂ ਦੇ ਢੇਰ ਲਾਈ ਜਾਂਦੀਆਂ ਸਨ। ਸੇਵਾ ਦੀ ਜਥੇਬੰਦੀ ਬੜੀ ਸੋਹਣੀ ਤਰ੍ਹਾਂ ਹੁੰਦੀ। ਸਭ ਆਪਣੇ ਆਪਣੇ ਪਹਿਰੇ ਤੇ ਵੰਡੇ ਹੋਏ ਆਪਣੇ ਆਪਣੇ ਕੰਮ ਵਿੱਚ ਇੱਕ ਰਸ ਲੱਗੇ ਰਹਿੰਦੇ। ਕਈ ਕਈਆਂ ਚਲਾਉਂਦੇ, ਕਈ ਟੋਕਰੇ ਭਰਦੇ ਤੇ ਕਈ ਚੁਕਾਉਂਦੇ। ਬਾਕੀ ਸਾਰੇ ਚਾਈਂ ਚਾਈਂ ਆਪਣੇ ਲੱਕਾਂ ਨਾਲ ਘੁੰਗਰੂ ਬੰਨ ਮਣਾ ਮੂੰਹੀਂ ਟੋਕਰੇ ਚੁੱਕ ਵਾਹੋ ਦਾਹੀ ਭੱਜੇ ਜਾਂਦੇ। ਜਿਉਂ ਜਿਉਂ ਢੋਲ ਉੱਤੇ ਚੋਟ ਪੈਂਦੀ, ਇਹਨਾਂ ਵਿੱਚ ਬੀਰ ਰਸ ਭਰ ਜਾਂਦਾ ਅਤੇ ਸੇਵਾ ਦਾ ਉਤਸ਼ਾਹ ਠਾਠਾ ਮਾਰਦਾ। ਜਕਾਰੇ ਬੁਲਾਉਂਦੇ ਬੁਲਾਉਂਦੇ ਇਹਨਾਂ ਦੇ ਚਿਹਰਿਆਂ ਤੇ ਲਾਲੀਆਂ ਚੜ੍ਹ ਜਾਂਦੀਆਂ। ਇਹ ਨਜ਼ਰ ਆਉਂਦਾ ਕਿ ਸੂਰਮੇ ਸੇਵਾ ਦੇ ਧਰਮ ਯੁੱਧ ਵਿੱਚ ਜੁਟੇ ਹੋਏ ਕਲਯੁੱਗ ਦੀ ਜੜ ਪੁੱਟ ਰਹੇ ਹਨ ਅਤੇ ਸਤਯੁੱਗ ਦੀ ਨੀਂਹ ਤਿਆਰ ਕਰ ਰਹੇ ਹਨ। ਨਗਰਾਂ ਦੇ ਨਾਲ ਨਾਲ ਸਾਧ ਸੰਗਤ ਦਾ ਜੰਗੀ ਜੱਥਾ ਵੀ ਜੁਟ ਜਾਂਦਾ। ਕਈ ਵਾਰੀ ਤੇ ਵੱਧ ਤੋਂ ਵੱਧ ਭਾਰ ਚੁੱਕਣ ਦਾ ਨਗਰਾਂ ਵਾਲੇ ਗੱਭਰੂਆਂ ਅਤੇ ਸਾਧ ਸੰਗਤ ਦੇ ਸੂਰਬੀਰਾਂ ਦਾ ਮੁਕਾਬਲਾ ਸ਼ੁਰੂ ਹੋ ਜਾਂਦਾ। ਸਿਰਾਂ ਤੇ 2-2, 3-3 ਟੋਕਰਿਆਂ ਦਾ ਉੱਚ ਦੁਮਾਲਾ ਸੱਜ ਜਾਂਦਾ। ਇਹ ਦੇਖ ਕੇ ਸੰਤ ਜੀ ਮਹਾਰਾਜ ਹੱਸ ਪੈਂਦੇ ਤੇ ਆਖਦੇ, ਭਾਈ ਪ੍ਰੇਮੀਓ, ਸਾਧ ਸੰਗਤ ਨਾਲ ਮੁਕਾਬਲਾ ਤੁਹਾਥੋਂ ਨਹੀਂ ਪੁੱਗਣਾ। ਇਹ ਸੂਰਮੇ ਤਾਂ ਸਤਿਗੁਰੂ ਨੇ ਇਸ ਸੇਵਾ ਲਈ ਹੀ ਭੇਜੇ ਹਨ। ਨਗਰਾਂ ਤੋਂ ਸੇਵਾ ਦੀ ਲਹਿਰ ਸ਼ਹਿਰਾਂ ਵਿੱਚ ਪਹੁੰਚੀ। ਸੰਗਰੂਰ ਨਿਵਾਸੀ ਮਾਈ ਭਾਈ ਵੀ ਹਾਜ਼ਰੀ ਦੇਣ ਲੱਗ ਪਏ। ਫਿਰ ਤਾਂ ਰਿਆਸਤੀ ਪਲਟਨਾਂ ਰਸਾਲਿਆਂ ਵਿੱਚ ਬੜਾ ਉਤਸ਼ਾਹ ਫੈਲਿਆ ਤੇ ਸਾਰੇ ਵਾਰੋ ਵਾਰੀ ਆਪਣੇ ਬੈਂਡ ਵਾਜਿਆਂ ਸਮੇਤ ਬੜੇ ਪ੍ਰੇਮ ਨਾਲ ਹਾਜ਼ਰ ਹੋਏ। ਸੇਵਾ ਦੇ ਪ੍ਰੇਮ ਦੀ ਲਹਿਰ ਪਟਿਆਲੇ ਵੀ ਜਾ ਅੱਪੜੀ। ਉੱਥੋਂ ਦੀਆਂ ਫੌਜਾਂ ਅਤੇ ਸ਼ਹਿਰ ਦੀ ਸੰਗਤ ਨੇ ਇਸ ਪ੍ਰੇਮ ਦੀ ਕਾਰ ਵਿੱਚ ਆਪਣਾ ਪੂਰਾ ਹਿੱਸਾ ਆਰ ਲਾਇਆ। ਇੱਕ ਦਿਨ ਜਦ ਸਾਧ ਸੰਗਤ ਸੇਵਾ ਕਰ ਰਹੀ ਸੀ, ਇੱਕ ਮਿੱਟੀ ਦੀ ਬੜੀ ਭਾਰੀ ਢਿੱਗ ਡਿੱਗ ਪਈ। ਕਈ ਸਰੀਰ ਹੇਠਾਂ ਆ ਗਏ। ਜਥੇਦਾਰ ਮਹਾਰਾਜ ਦੌੜਿਆਂ ਦੌੜਿਆਂ ਸੰਤ ਜੀ ਮਹਾਰਾਜ ਦੀ ਸੇਵਾ ਵਿੱਚ ਹਾਜ਼ਰ ਹੋਇਆ ਅਤੇ ਬੇਨਤੀ ਕੀਤੀ। ਸੰਤ ਜੀ ਮਹਾਰਾਜ ਨੇ ਆਖਿਆ, ਭਾਈ ਘਬਰਾਓ ਨਹੀਂ, ਹੌਲੀ ਹੌਲੀ ਢਿੱਗ ਦੀ ਮਿੱਟੀ ਲਾਹ ਸੁੱਟੋ। ਇਹ ਸਤਿਗੁਰੂ ਦੀ ਆਪਣੀ ਕਾਰ ਹੈ, ਉਹ ਆਪਣੇ ਸੇਵਕਾਂ ਦਾ ਆਪ ਸਹਾਈ ਹੈ।
ਜਿਸਕਾ ਸਾਸ ਨਾ ਕਾਢਤ ਆਪ, ਤਾਕੋ ਰਾਖਤ ਦੇ ਕਰ ਹਾਥ। ਜਦੋਂ ਡਿੱਗ ਦੀ ਮਿੱਟੀ ਪੁੱਟੀ ਗਈ ਤਾਂ ਸਾਰੇ ਦੇ ਸਾਰੇ ਸਰੀਰ ਸਹੀ ਸਲਾਮਤ ਨਿਕਲ ਆਏ। ਕਿਸੇ ਨੂੰ ਰੱਤੀ ਪਰ ਸੱਟ ਵੀ ਨਾ ਲੱਗੀ। ਢਿੱਗ ਦਾ ਅਗਲਾ ਸਿਰਾ ਧਰਤੀ ਨਾਲ ਲੱਗਾ ਸੀ ਅਤੇ ਪਿਛਲਾ ਸਿਰਾ, ਜਿੱਧਰ ਸਰੀਰ ਕੰਮ ਕਰ ਰਹੇ ਸਨ, ਉੱਚਾ ਖੜਾ ਸੀ, ਮਾਨੋ ਕਿ ਸ਼ਹੀਦ ਸਿੰਘਾਂ ਨੇ ਸਾਧ ਸੰਗਤ ਲਈ ਥੋੜ੍ਹਾ ਚਿਰ ਤਪ ਕਰਾਉਣ ਵਾਸਤੇ ਗੁਫਾ ਬਣਾ ਦਿੱਤੀ ਹੈ। ਸੇਵਾ ਦੀ ਲਹਿਰ ਫੈਲਾਉਣ ਲਈ ਅਤੇ ਨਗਰਾਂ ਦੇ ਪ੍ਰੇਮੀਆਂ ਵਿੱਚ ਨਾਮ ਬਾਣੀ ਤੇ ਅੰਮ੍ਰਿਤ ਪ੍ਰਚਾਰ ਦਾ ਚੱਕਰ ਚਲਾਉਣ ਲਈ ਕਈ ਵਾਰੀ ਸੰਤ ਜੀ ਮਹਾਰਾਜ ਗੁਰਮੁਖਾਂ ਦੇ ਪ੍ਰੇਰੇ ਹੋਏ ਪਿੰਡਾਂ ਵਿੱਚ ਚਲੇ ਜਾਂਦੇ। ਇੱਕ ਵਾਰੀ ਇਸ ਤਰ੍ਹਾਂ ਦਾਨ ਸਿੰਘ ਵਾਲੇ ਪ੍ਰੇਮੀ ਸੰਤ ਜੀ ਮਹਾਰਾਜ ਨੂੰ ਲੈ ਗਏ। ਉੱਥੇ ਭਾਈ ਲਾਲ ਸਿੰਘ ਜੀ ਮਸਤਾਨਾ ਸੰਤ ਜੀ ਮਹਾਰਾਜ ਦੀ ਸੇਵਾ ਵਿੱਚ ਹਾਜ਼ਰ ਹੋ ਗਏ। 2-3 ਵਾਰੀ ਸੰਤ ਜੀ ਨੇ ਇਹਨਾਂ ਨੂੰ ਆਖਿਆ, ਭਾਈ ਲਾਲ ਸਿੰਘ ਜੀ, ਸਤਿਗੁਰੂ ਦੇ ਘਰ ਵਿੱਚ ਸੇਵਾ ਮੁੱਖ ਹੈ, ਤੁਸੀਂ ਜ਼ਰੂਰ ਗੁਰਸਾਗਰ ਸਾਹਿਬ ਮਸਤੂਆਣੇ ਸਰੋਵਰ ਦੀ ਕਾਰ ਸੇਵਾ ਵਿੱਚ ਹਾਜ਼ਰ ਹੋ ਜਾਓ। ਨਾਲ ਸ਼ਬਦ ਦਾ ਅਭਿਆਸ ਕਰੀ ਜਾਓ ਅਤੇ ਸੇਵਾ ਦਾ ਲਾਭ ਵੀ ਲਓ। ਸੇਵਾ ਤੋਂ ਬਗੈਰ ਗਰੀਬੀ ਨਹੀਂ ਆਉਂਦੀ। ਭਾਵੇਂ ਪ੍ਰਾਣੀ ਕਿੰਨਾ ਵੀ ਅਭਿਆਸੀ ਕਿਉਂ ਨਾ ਹੋਵੇ, ਦੇਹ ਅਭਿਮਾਨ ਨਹੀਂ ਟੁੱਟਦਾ ਅਤੇ ਆਤਮ ਪਦ ਦੀ ਪ੍ਰਾਪਤੀ ਨਹੀਂ ਹੋ ਸਕਦੀ। ਇਹ ਉਪਦੇਸ਼ ਸੁਣ ਭਾਈ ਲਾਲ ਸਿੰਘ ਸੰਤ ਜੀ ਦੇ ਨਾਲ ਮਸਤੂਆਣੇ ਪੁੱਜ ਗਏ। ਕੁਝ ਦਿਨ ਸੇਵਾ ਕਰਨ ਦੇ ਮਗਰੋਂ ਜ਼ਿਲ੍ਹਾ ਲੁਧਿਆਣੇ ਦੇ ਨਗਰਾਂ ਦੀ ਸੰਗਤ ਸੰਤ ਜੀ ਮਹਾਰਾਜ ਨੂੰ ਨਾਲ ਲੈ ਗਈ। ਭਾਈ ਲਾਲ ਸਿੰਘ ਵੀ ਨਾਲ ਗਏ। ਸੰਤ ਜੀ ਨੇ ਕਈ ਪਿੰਡਾਂ ਵਿੱਚ ਦੌਰਾ ਕੀਤਾ। ਬਹੁਤ ਸਾਰੇ ਮਾਈ ਭਾਈ ਨੇ ਅੰਮ੍ਰਿਤ ਛਕਿਆ ਅਤੇ ਨਾਮ ਬਾਣੀ ਦਾ ਰੰਗ ਮਾਣਿਆ। ਇੱਥੋਂ ਫਿਰ ਮਸਤੂਆਣੇ ਮੁੜ ਆਏ। ਕੁਝ ਦਿਨ ਮਗਰੋਂ ਲੌਂਗੋਵਾਲ ਦੀ ਇੱਕ ਥਾਣੇਦਾਰਨੀ ਸੰਤ ਜੀ ਨੂੰ ਅਖੰਡ ਪਾਠ ਵਾਸਤੇ ਲੈ ਗਈ। ਭਾਈ ਲਾਲ ਸਿੰਘ ਜੀ ਵੀ ਪਾਠ ਵਿੱਚ ਹਾਜ਼ਰ ਹੋਏ। ਇੱਥੇ ਸੰਤ ਜੀ ਮਹਾਰਾਜ 7 ਦਿਨ ਰਹੇ। ਬੜੇ ਭਾਰੀ ਦੀਵਾਨ ਸਜਦੇ ਰਹੇ। ਉੱਥੇ ਇੱਕ ਦਿਨ ਇੱਕ ਪ੍ਰੇਮੀ ਦੇ ਘਰ ਪ੍ਰਸ਼ਾਦਾ ਸੀ। ਭਾਈ ਲਾਲ ਸਿੰਘ ਨੇ ਸੰਤ ਜੀ ਦੇ ਭਾਜੇ ਵਿੱਚ ਕੱਚਾ ਘਿਓ ਪ੍ਰੇਮ ਨਾਲ ਪਾ ਦਿੱਤਾ। ਸੰਤਾਂ ਨੇ ਆਖਿਆ ਕਿ ਭਾਈ, ਇਸ ਨਾਲ ਗਲਾ ਖਰਾਬ ਹੋ ਜਾਂਦਾ ਹੈ ਅਤੇ ਹਰੀ ਕੀਰਤਨ ਵਿੱਚ ਵਿਘਨ ਪੈਂਦਾ ਹੈ। ਭਾਈ ਕਰਮ ਸਿੰਘ ਜੀ ਨੇ ਨੇੜੇ ਹੀ ਬੈਠੇ ਸਨ। ਉਹਨਾਂ ਆਖਿਆ, ਸੱਚੇ ਪਾਤਸ਼ਾਹ, ਬਗੈਰ ਘਿਓ ਦੇ ਖੁਸ਼ਕੀ ਹੋ ਜਾਵੇਗੀ। ਸੰਤ ਜੀ ਮਹਾਰਾਜ ਹੱਸ ਪਏ ਤੇ ਫਿਰ ਆਖਿਆ ਕਿ ਭਾਈ, ਖੁਸ਼ਕੀ ਨਹੀਂ ਹੁੰਦੀ, ਨਾਮ ਜਪਦੇ ਜਾਓ, ਸਭ ਤਰੀ ਹੀ ਤਰੀ ਰਹੇਗੀ। ਇਸ ਨਗਰ ਵਿੱਚ ਅੰਮ੍ਰਿਤ ਪ੍ਰਚਾਰ ਵੀ ਖੂਬ ਰੀਝ ਨਾਲ ਹੋਇਆ। ਫਿਰ ਇੱਥੋਂ ਸੰਤ ਜੀ ਮਹਾਰਾਜ ਨੂੰ ਭੈਣੀ ਦੀ ਸੰਗਤ ਲੈ ਗਈ। ਦੋਵੇਂ ਵਕਤ ਦੀਵਾਨ ਸਜਿਆ ਕਰਦਾ ਸੀ। ਇੱਕ ਦਿਨ ਭਾਈ ਕਾਲਾ ਸਿੰਘ ਦੇ ਚੁਬਾਰੇ ਵਿੱਚ ਪ੍ਰਸ਼ਾਦ ਲਈ ਪੰਗਤ ਲੱਗੀ ਹੋਈ ਸੀ। ਭਾਈ ਲਾਲ ਸਿੰਘ ਪਾਸ ਹੀ ਖੜਾ ਸੀ। ਸੰਤ ਜੀ ਮਹਾਰਾਜ ਨੇ ਬੜੇ ਪ੍ਰੇਮ ਨਾਲ ਇਹ ਤੁਕਾਂ ਪੁੱਛੀਆਂ ਤੇ ਅਰਥ ਵੀ ਕਰ ਸੁਣਾਇਆ। ਚਬਨ ਚਲਨ ਰਤਨ ਸੇ ਸੁਨੀਅਰ ਬਹਿ ਗਏ, ਹੇੜੇ ਮੋਤੀ ਧਾ ਸੇ ਜਾਨੀ ਚਲ ਗਏ। ਅਰਥ, ਦੰਦ, ਕੰਨ, ਪੈਰ ਤੇ ਅੱਖਾਂ ਜਦ ਕੰਮ ਕਰਨੋਂ ਰਹਿ ਖੜੋਤੇ ਤਾਂ ਸਰੀਰ ਨੇ ਧਾਮ ਮਾਰੀ ਕਿ ਸਾਥੀ ਜਵਾਬ ਦੇ ਗਏ। ਇਹਨਾਂ ਦਿਨਾਂ ਵਿੱਚ ਆਪ ਜੀ ਦੀ ਦਾੜ੍ਹ ਵਿੱਚ ਦਰਦ ਸੀ। ਇੱਕ ਦਿਨ ਰਾਤ ਨੂੰ ਭਾਈ ਕਾਲਾ ਸਿੰਘ ਜੀ ਬਗੀਚੀ ਵਿੱਚ ਸਾਧ ਸੰਗਤ ਦਾ ਡੇਰਾ ਕਰਾਇਆ। ਸਾਰੀ ਸੰਗਤ ਵਿਸਰਾਮ ਕਰ ਰਹੀ ਸੀ। ਅਚਾਨਕ ਰਾਤ ਦੇ 12 ਵਜੇ ਭਾਈ ਲਾਲ ਸਿੰਘ ਜੀ ਦੀ ਅੱਖ ਖੁੱਲ੍ਹੀ। ਕੀ ਵੇਖਦਾ ਹੈ ਕਿ ਸੰਤ ਜੀ ਮਹਾਰਾਜ ਸਹਿਜ ਆਸਣ ਸਜਾਈ ਮੰਜੇ 'ਤੇ ਬੈਠੇ ਹਨ। ਉਹ ਵੀ ਉੱਠ ਕੇ ਬੈਠ ਗਿਆ। 2-3 ਮਿੰਟ ਮਗਰੋਂ ਜਦੋਂ ਸੰਤ ਜੀ ਮਹਾਰਾਜ ਦੀ ਅੱਖ ਖੁੱਲ੍ਹੀ ਤਾਂ ਭਾਈ ਲਾਲ ਸਿੰਘ ਵੱਲ ਤੱਕ ਕੇ ਆਖਿਆ, ਭਾਈ, ਅਜੇ ਰਾਤ ਬਹੁਤ ਬਾਕੀ ਹੈ, ਤੁਸੀਂ ਪੈ ਜਾਓ। ਸਾਡਾ ਬਾਣੀ ਦਾ ਨਿਤਨੇਮ ਵੱਡਾ ਹੈ। ਅਸੀਂ 2 ਵਜੇ ਤੋਂ ਪਹਿਲਾਂ ਨਿਤਨੇਮ ਕਰ ਲੈਂਦੇ ਹਾਂ ਤੇ ਫਿਰ ਸ਼ਬਦ ਦੇ ਅਭਿਆਸ ਵਿੱਚ ਲੱਗ ਜਾਂਦੇ ਹਾਂ। ਇੱਥੋਂ ਸੰਗਤ ਬਾਲੀਆਂ ਲੈ ਗਈ। 4-5 ਦਿਨ ਦੀਵਾਨ ਸਜੇ ਅਤੇ ਸੰਗਤ ਨੇ ਬੜੇ ਪ੍ਰੇਮ ਨਾਲ ਸੇਵਾ ਕੀਤੀ। ਬਹੁਤ ਸਾਰੇ ਮਾਈ ਭਾਈ ਸਤਿਗੁਰੂ ਕਲਗੀਧਰ ਮਹਾਰਾਜ ਦੇ ਅੰਮ੍ਰਿਤ ਦੇ ਜਹਾਜ਼ 'ਤੇ ਵੀ ਚੜ੍ਹੇ। ਫਿਰ ਭਾਈ ਦਲੀਪ ਸਿੰਘ ਤੇ ਅਰਜਨ ਸਿੰਘ ਜੀ ਸੰਤ ਜੀ ਨੂੰ ਹਰੀਗੜ੍ਹ ਲੈ ਗਏ। ਇਸ ਪਿੰਡ ਨਾਮ ਬਾਣੀ ਦੇ ਤੇ ਅੰਮ੍ਰਿਤ ਪ੍ਰਚਾਰ ਦਾ ਚੱਕਰ ਚੱਲਿਆ। ਇੱਕ ਦਿਨ ਇੱਥੇ ਇੱਕ ਸਾਧ ਦੀ ਕੁਟੀਆ ਦੇ ਕੋਲ ਨਹਿਰ ਦੇ ਕੰਢੇ ਉੱਤੇ ਸੰਤ ਜੀ ਮਹਾਰਾਜ ਅੰਮ੍ਰਿਤ ਵੇਲੇ ਦੇ ਦੀਵਾਨ ਮਗਰੋਂ ਬੈਠੇ ਸੀ। ਕੁਝ ਚਿਰ ਤਾਂ ਸਾਰੇ ਸਮਾਧੀ ਅਸਥਿਤ ਹੋਏ ਰਹੇ। ਜਦੋਂ ਨੇਤਰ ਖੋਲ੍ਹੇ ਤਾਂ ਫਰਮਾਇਆ, ਭਾਈ, ਇੱਥੇ ਵੀ ਸਾਡੇ ਮਗਰ ਕੋਈ ਪ੍ਰੇਮੀ ਹੋਵੇਗਾ। ਇੱਥੇ ਗਿਆਨੀ ਮਾਹ ਸਿੰਘ ਜੀ ਸੂਰਮੇ ਭੱਠਲਾਂ ਦੀ ਸੰਗਤ ਸਮੇਤ ਪੁੱਜੇ ਅਤੇ ਸੰਤ ਜੀ ਨੂੰ ਆਪਣੇ ਪਿੰਡ ਲੈ ਗਏ। ਸੰਤ ਗੁਲਾਬ ਸਿੰਘ ਜੀ, ਜੋ ਗੁਰਸਾਗਰ ਸਾਹਿਬ ਦੀ ਸੇਵਾ ਕਰਵਾ ਰਹੇ ਸਨ, ਆਏ। ਇਹਨਾਂ ਨੇ ਸੇਵਾ ਦਾ ਸਾਰਾ ਸਮਾਚਾਰ ਸੁਣਾਇਆ ਅਤੇ ਸੰਤ ਜੀ ਨਾਲ ਸਾਰੀ ਵਿਚਾਰ ਕਰਕੇ ਰਾਤ ਰਹਿ ਮਸਤੂਆਣੇ ਵਾਪਸ ਚਲੇ ਗਏ। ਇਹਨਾਂ ਤੋਂ ਪਹਿਲਾਂ ਮਸਤੂਆਣੇ ਵਿੱਚ ਸੇਵਾ ਦੇ ਮੁੱਖ ਮਹੰਤ ਸੰਤ ਬਿਸ਼ਨ ਸਿੰਘ ਜੀ ਕਾਂਝਲਾ ਸਨ।
ਗਿਆਨੀ ਪ੍ਰੇਮ ਸਿੰਘ ਜੀ ਇਹਨਾਂ ਦੀ ਸੱਜੀ ਬਾਂਹ ਸਨ। ਸਾਥੀਆਂ ਨਾਲ ਕਿਸੇ ਮਤਭੇਦ ਦੇ ਕਾਰਨ ਦੋਵੇਂ ਮਸਤੂਆਣਿਓਂ ਕਾਂਜਲੇ ਚਲੇ ਗਏ। ਉਸ ਵੇਲੇ ਸੰਤ ਜੀ ਦੌਰੇ 'ਤੇ ਸਨ। ਵਾਪਸ ਆਉਣ 'ਤੇ ਸੰਤ ਭਾਈ ਬਿਸ਼ਨ ਸਿੰਘ ਤੇ ਗਿਆਨੀ ਪ੍ਰੇਮ ਸਿੰਘ ਨੂੰ ਸੱਦ ਭੇਜਿਆ। ਜਦ ਸੰਤ ਜੀ ਪਾਸ ਦੋਵੇਂ ਸੱਜਣ ਆਏ ਤਾਂ ਆਖਿਆ ਕਿ ਭਾਈ ਬਿਸ਼ਨ ਸਿੰਘ, ਅਸੀਂ ਤਾਂ ਉੱਡਦੇ ਪੰਛੀ ਹਾਂ। ਤੁਸੀਂ ਹੀ ਸਾਨੂੰ ਇਸ ਦੇਸ਼ ਵਿੱਚ ਲਿਆ ਕੇ ਮਸਤੂਆਣੇ ਦੀ ਸੇਵਾ ਸ਼ੁਰੂ ਕਰਾਈ ਸੀ। ਹੁਣ ਤੁਸੀਂ ਸੇਵਾ ਛੱਡ ਗਏ ਹੋ, ਤੁਸੀਂ ਮੁੜ ਕੇ ਇੱਥੇ ਹੀ ਆ ਜਾਓ। ਸੰਤ ਬਿਸ਼ਨ ਸਿੰਘ ਜੀ ਨੇ ਆਖਿਆ ਕਿ ਇਹ ਪੰਡ ਬਹੁਤ ਭਾਰੀ ਹੈ। ਉੱਤਰ ਵਿੱਚ ਸੰਤ ਜੀ ਨੇ ਫਰਮਾਇਆ, ਭਾਈ ਬਿਸ਼ਨ ਸਿੰਘ ਜੀ, ਪੰਡ ਭਾਵੇਂ ਕਿੰਨੀ ਭਾਰੀ ਹੋਵੇ, ਜੇ ਸਿੱਖ ਇੱਕ ਵਾਰੀ ਚੁੱਕ ਲਵੇ ਕਦੇ ਵੀ ਨਾ ਸੁੱਟੇ, ਭਾਵੇਂ ਹੇਠਾਂ ਹੀ ਪਿੱਠਾ ਜਾਵੇ। ਭਾਈ ਬਿਸ਼ਨ ਸਿੰਘ ਜੀ ਚੁੱਪ ਹੋ ਗਏ ਅਤੇ ਮੁੜ ਕੇ ਕਾਂਜਲੇ ਹੀ ਚਲੇ ਗਏ। ਹਰੀਗੜ੍ਹ ਤੋਂ ਸੰਤ ਜੀ ਮਹਾਰਾਜ ਨੂੰ ਅਤਰ ਸਿੰਘ ਵਾਲੇ ਦੀ ਸੰਗਤ ਲੈ ਗਈ। ਇੱਥੇ 3 ਦਿਨ ਦੀਵਾਨ ਸੱਜੇ। ਇੱਕ ਦਿਨ ਪਿਛਲੇ ਪਹਿਰ ਦੀਵਾਨ ਦੇ ਸਮੇਂ ਬੜੀ ਵਰਖਾ ਹੋਈ ਅਤੇ ਵੱਡੇ ਵੱਡੇ ਗੜੇ ਪਏ, ਪਰ ਸੰਗਤ ਫਿਰ ਵੀ ਹੁਮਾ ਕੇ ਆਈ। ਸੰਤ ਜੀ ਮਹਾਰਾਜ ਨੇ ਸਹਿਜ ਸੁਭਾਏ ਆਖਿਆ, ਭਾਈ ਇਹ ਨਗਰ ਬੜਾ ਪ੍ਰੇਮੀ ਹੈ। ਸੋ ਉਸ ਨਗਰ ਵਿੱਚ ਹੁਣ ਵੀ ਪ੍ਰੇਮ ਦੀ ਲਹਿਰ ਚੱਲ ਰਹੀ ਹੈ। ਆਏ ਗਏ ਸਾਧ ਸੰਤ ਦੀ ਬੜੀ ਸੇਵਾ ਹੁੰਦੀ ਹੈ। ਇਸ ਪਿੰਡ ਵਿੱਚ ਇੱਕ ਦਿਨ ਭਾਈ ਸੇਵਾ ਸਿੰਘ ਦੇ ਘਰ ਕੀਰਤਨ ਹੋਇਆ। ਸੰਤ ਜੀ ਨੇ ਫਰਮਾਇਆ, ਭਾਈ ਚਤੁਰਾਈ ਨਾ ਚਤੁਰਭੁਜ ਪਾਈਏ, ਭੋਲੇ ਪਾਏ ਮਿਲੇ ਰਘੁਰਾਇਆ। ਅਸੀਂ ਤਾਂ ਅੱਗੇ ਤੋਂ ਸਧਾਰਨ ਅਤੇ ਗੁਰਮੁਖ ਸਿੱਖ ਹੀ ਨਾਲ ਰੱਖਿਆ ਕਰਾਂਗੇ। ਬਾਹਲੇ ਪੜ੍ਹੇ ਹੋਏ ਤਾਂ ਵਿੱਦਿਆ ਦੀ ਮਟਕ ਵਿੱਚ ਭੁੱਲੇ ਹੋਏ ਇੱਕ ਦੂਜੇ ਨਾਲ ਫੋਕੀ ਦਲੀਲਬਾਜ਼ੀ ਕਰੀ ਜਾਂਦੇ ਹਨ। ਮਸਤੂਆਣੇ ਸਰੋਵਰ ਦੀ ਕਾਰ ਵੀ ਹੁਣ ਪੂਰੀ ਹੋਣ ਵਾਲੀ ਸੀ ਅਤੇ ਨਿਮਾਣੀ ਦਾ ਜੋੜ ਮੇਲਾ ਨੇੜੇ ਆ ਰਿਹਾ ਸੀ। ਸੰਤ ਜੀ ਦੌਰੇ ਤੋਂ ਮਸਤੂਆਣੇ ਆ ਗਏ। ਇਸ ਸਮੇਂ ਨਗਰ ਦੇ ਜ਼ਿਮੀਂਦਾਰ ਆਪਣਾ ਦਾਣਾ ਫੱਕਾ ਸਾਂਭ ਕੇ ਵਿਹਲੇ ਹੋਏ ਸਨ। ਖੁੱਲ੍ਹਾ ਵਕਤ ਹੋਣ ਦੇ ਕਾਰਨ ਸੰਗਤਾਂ ਬੜੇ ਪ੍ਰੇਮ ਤੇ ਉਤਸ਼ਾਹ ਨਾਲ ਪੁੱਜਦੀਆਂ ਆਪਣੇ ਨਗਰਾਂ ਤੋਂ ਸ਼ਬਦੀ ਜਥੇ ਕੀਰਤਨ ਕਰਦੇ ਦੀਵਾਨ ਵਿੱਚ ਪੁੱਜਦੇ। ਇਹਨਾਂ ਦੇ ਭੋਲੇ ਪਾਏ ਪੜੇ ਸ਼ਬਦ ਅਚਰਜ ਰੰਗ ਬਣਾਉਂਦੇ। ਜਿਸ ਵੇਲੇ ਸੰਤ ਜੀ ਮਹਾਰਾਜ ਗੁਰਸਾਗਰ ਸਾਹਿਬ ਮਸਤੂਆਣੇ ਸਰੋਵਰ ਦੀ ਕਾਰ ਸੇਵਾ ਕਰਵਾ ਰਹੇ ਸਨ, ਹਰ ਰੋਜ਼ ਆਲੇ ਦੁਆਲੇ ਦੇ ਨਗਰਾਂ ਦੀਆਂ ਬੇਅੰਤ ਸੰਗਤਾਂ ਹੁਮਾ ਕੇ ਸੇਵਾ ਵਿੱਚ ਹਾਜ਼ਰ ਹੁੰਦੀਆਂ ਸਨ। ਇੱਕ ਦਿਨ ਪਡਰੁੱਖਾ ਨਗਰ ਦੀ ਸੇਵਾ ਸੀ। ਸਵੇਰੇ ਹੀ ਨਗਰ ਦੇ ਮੁਖੀ ਸਿੰਘਾਂ ਨੇ ਸਾਰੇ ਨਗਰ ਵਿੱਚੋਂ ਦੁੱਧ ਇਕੱਠਾ ਕੀਤਾ। ਦੁੱਧ ਇਕੱਠਾ ਹੋ ਹੀ ਰਿਹਾ ਸੀ ਕਿ ਨਗਰ ਦਾ ਇੱਕ ਜ਼ਿਮੀਂਦਾਰ ਜਿਹੜਾ ਸਪੀਲ 'ਤੇ ਬੈਠਾ ਸੀ ਪੁੱਛਣ ਲੱਗਿਆ ਕਿ ਭਾਈ, ਇਹ ਦੁੱਧ ਦੀਆਂ ਬਾਲਟੀਆਂ ਕਿੱਧਰ ਚੱਲੀਆਂ ਹਨ? ਤਾਂ ਉਹਨਾਂ ਸਿੰਘਾਂ ਨੇ ਦੱਸਿਆ ਕਿ ਮਸਤੂਆਣਾ ਸਾਹਿਬ ਅੱਜ ਆਪਣੇ ਨਗਰ ਦੀ ਸੇਵਾ ਹੈ। ਇਹ ਸੁਣ ਕੇ ਜ਼ਿਮੀਂਦਾਰ ਬੋਲਿਆ ਕਿ ਮੈਂ ਤੁਹਾਨੂੰ ਕਿੰਨੀ ਵਾਰ ਕਿਹਾ ਹੈ ਕਿ ਆਪਣਾ ਟੋਭਾ ਪੁੱਟ ਲਵੋ, ਮਾਲ ਡੰਗਰ ਪਾਣੀ ਪੀ ਲੈਣਗੇ। ਜਿੱਥੇ ਜਾ ਰਹੇ ਹੋ ਉਹ ਵੀ ਤੇ ਟੋਭਾ ਹੀ ਹੈ, ਤੁਸੀਂ ਆਪਣੇ ਪਿੰਡ ਵਾਲਾ ਟੋਭਾ ਹੀ ਪੁੱਟ ਲਵੋ। ਇਹ ਸੁਣ ਕੇ ਸੇਵਾਦਾਰ ਸਿੰਘ ਨੇ ਸੋਚਿਆ ਕਿ ਇਸ ਨੂੰ ਇੱਕ ਦਿਨ ਸੰਤ ਜੀ ਮਹਾਰਾਜ ਦੇ ਚਰਨਾਂ ਵਿੱਚ ਜ਼ਰੂਰ ਲਿਜਾਣਾ ਚਾਹੀਦਾ ਹੈ ਤਾਂ ਕਿ ਇਸ ਦਾ ਭਲਾ ਹੋ ਜਾਵੇ। ਇਹ ਸੋਚ ਕੇ ਸਾਰੀ ਸੰਗਤ ਨੇ ਕਿਹਾ ਕਿ ਤੂੰ ਇੱਕ ਵਾਰੀ ਸੰਤ ਜੀ ਮਹਾਰਾਜ ਦੇ ਚਰਨਾਂ ਵਿੱਚ ਚੱਲ, ਫਿਰ ਭਾਵੇਂ ਸਾਡੇ ਕੋਲੋਂ 10 ਦਿਨ ਟੋਭਾ ਪੁਟਵਾ ਲਈ। ਇਹ ਸੁਣ ਕੇ ਸੰਗਤ ਦੀ ਬੇਨਤੀ ਮੰਨ ਕੇ ਉਹ ਪ੍ਰੇਮੀ ਸੰਤ ਜੀ ਮਹਾਰਾਜ ਕੋਲ ਜਾਣ ਲਈ ਸੰਗਤਾਂ ਦੇ ਨਾਲ ਟੁਰ ਪਿਆ, ਪਰ ਮਨ ਵਿੱਚ ਸ਼ਰਧਾ ਭਾਵਨਾ ਕੋਈ ਨਹੀਂ। ਜਦੋਂ ਸੰਗਤਾਂ ਸੰਤ ਜੀ ਮਹਾਰਾਜ ਦੇ ਕੋਲ ਪਹੁੰਚੀਆਂ ਤਾਂ ਨਮਸਕਾਰ ਕਰਕੇ ਸੰਗਤ ਅੱਗੇ ਲੰਘੀ। ਸੰਤ ਜੀ ਮਹਾਰਾਜ ਨੇ ਰੋਕ ਲਿਆ ਕਿ ਭਾਈ ਬੈਠੋ, ਕੋਈ ਵਿਚਾਰ ਕਰੀਏ। ਇਹ ਬਚਨ ਸੁਣ ਕੇ ਸਭਨਾਂ ਦੇ ਦਿਲਾਂ ਵਿੱਚ ਵਿਸ਼ਵਾਸ ਹੋ ਗਿਆ ਕਿ ਅੱਜ ਇਸ ਪ੍ਰੇਮੀ ਦਾ ਜ਼ਰੂਰ ਭਲਾ ਹੋਣਾ ਹੈ। ਸੰਗਤ ਦੇ ਬੈਠਦਿਆਂ ਹੀ ਸੰਤ ਜੀ ਮਹਾਰਾਜ ਨੇ ਸਾਖੀ ਸ਼ੁਰੂ ਕੀਤੀ ਕਿ ਭਾਈ, ਇੱਕ ਬਾਦਸ਼ਾਹ ਸ਼ਿਕਾਰ ਦਾ ਆਦੀ ਸੀ। ਉਸ ਦੇ ਹੱਥਾਂ 'ਤੇ ਕੁਸ਼ਟ ਕੋੜ ਸੀ। ਰਾਜਾ ਆਪਣੇ ਨਿੱਤ ਕਰਮ ਅਨੁਸਾਰ ਸ਼ਿਕਾਰ ਕਰਨ ਗਿਆ। ਅੱਗੇ ਸ਼ਿਕਾਰ ਨਿਕਲਿਆ ਜੋ ਭੱਜ ਕੇ ਜੰਗਲ ਵਿੱਚ ਇੱਕ ਗੁਪਤ ਤਲਾਬ ਦੇ ਕਿਨਾਰੇ ਚਲਿਆ ਗਿਆ। ਰਾਜਾ ਨੇ ਵੀ ਆਪਣਾ ਘੋੜਾ ਪਿੱਛੇ ਲਾਇਆ ਹੋਇਆ ਸੀ। ਤਲਾਬ ਦੇ ਕਿਨਾਰੇ ਜਾ ਕੇ ਰਾਜੇ ਨੇ ਜਿਉਂ ਤੀਰ ਛੱਡਿਆ, ਤੀਰ ਸ਼ਿਕਾਰ ਨੂੰ ਕ੍ਰਾਸ ਕਰਕੇ ਤਲਾਬ ਦੀ ਚਿਕਨੀ ਮਿੱਟੀ ਵਿੱਚ ਜਾ ਖੁੱਭਿਆ। ਜਦੋਂ ਰਾਜੇ ਨੇ ਜਾ ਕੇ ਤੀਰ ਚੁੱਕਿਆ ਤਾਂ ਉਸ ਦੇ ਨਾਲ ਕਾਫੀ ਸਾਰੀ ਮਿੱਟੀ ਚਿੰਬੜੀ ਹੋਈ ਸੀ, ਜੋ ਚਿਕਨੀ ਹੋਣ ਕਰਕੇ ਨਾ ਲੈ ਸਕੀ। ਜਦੋਂ ਅੱਗੇ ਜਾ ਕੇ ਰਾਜੇ ਨੇ ਇਹ ਮਿੱਟੀ ਝਾੜੀ ਤਾਂ ਦੋਹਾਂ ਹੱਥਾਂ ਦਾ ਕੋੜ ਵੀ ਨਾਲ ਹੀ ਝੜ ਗਿਆ। ਹੱਥ ਪਵਿੱਤਰ ਹੋ ਗਏ। ਸੋ ਭਾਈ, ਇਹ ਸਰੋਵਰ ਹੈ, ਟੋਭਿਆਂ ਨਾਲ ਨਹੀਂ ਰਲਦਾ।
ਤੁਸੀਂ ਤਾਂ ਟੋਕਰਿਆਂ ਦੇ ਟੋਕਰੇ ਮਿੱਟੀ ਭਰ ਕੱਢਦੇ ਹੋ, ਤੁਹਾਡੀਆਂ ਕੁਲਾਂ ਤਰ ਜਾਣਗੀਆਂ। ਇਹ ਸਾਖੀ ਸੁਣ ਕੇ ਉਹ ਪ੍ਰੇਮੀ ਬੜਾ ਖੜਾ ਹੋ ਗਿਆ ਅਤੇ ਹੱਥ ਜੋੜ ਕੇ ਸੰਤ ਜੀ ਮਹਾਰਾਜ ਦੇ ਚਰਨਾਂ 'ਤੇ ਢਹਿ ਪਿਆ। ਕਹਿਣ ਲੱਗਿਆ, ਮਹਾਰਾਜ, ਮੈਂ ਪਾਪੀ ਨੇ ਹੀ ਇਹ ਗੱਲ ਕੀਤੀ ਸੀ, ਹੁਣ ਕਿਰਪਾ ਕਰਕੇ ਬਖਸ਼ ਲਓ ਅਤੇ ਕਿਸੇ ਬੰਨੇ ਲਾ ਦਿਓ। ਸੰਤ ਜੀ ਮਹਾਰਾਜ ਨੇ ਹੱਸ ਕੇ ਕਿਹਾ ਕਿ ਭਾਈ, ਤੂੰ ਤਾਂ ਬੰਨੇ ਲੱਗਿਆ ਹੀ ਹੈ, ਤੇਰੀਆਂ ਕੁਲਾਂ ਵੀ ਬੰਨੇ ਲੱਗਣਗੀਆਂ। ਇਸ ਦਿਨ ਤੋਂ ਮਗਰੋਂ ਇਸ ਪ੍ਰੇਮੀ ਨੇ ਸਾਰੀ ਜ਼ਿੰਦਗੀ ਸੰਤ ਜੀ ਮਹਾਰਾਜ ਦੀ ਸੇਵਾ ਵਿੱਚ ਹੀ ਬਿਤਾ ਦਿੱਤੀ। ਧੰਨਵਾਦ। ਕਿਰਪਾ ਕਰਕੇ ਚੈਨਲ ਨੂੰ ਸਬਸਕ੍ਰਾਈਬ ਕਰੋ ਤਾਂ ਕਿ ਤੁਹਾਨੂੰ ਅਗਲੇ ਆਉਣ ਵਾਲੀਆਂ ਸਾਖੀਆਂ ਦੀ ਅਪਡੇਟ ਮਿਲਦੀ ਰਹੇ। ਧੰਨਵਾਦ।